ਤਾਂ ਬੱਚੋ ਆਪਾਂ ਯੂਨਿਟ 3 ਕਰਨੀ ਆ ਫੋਰਸ ਐਂਡ ਲਾਜ਼ ਆਫ ਮੋਸ਼ਨ। ਤਾਂ ਪਹਿਲਾਂ ਇੰਟਰੋਡਕਸ਼ਨ ਕਰਾਂਗੇ ਵੀ ਫੋਰਸ ਹੁੰਦੀ ਕੀ ਆ। ਫੋਰਸ ਕੀ ਆ? ਪੁਸ਼ ਔਰ ਪੁੱਲ। ਆਪਾਂ 9th ਦੇ ਵਿੱਚ ਪੜ੍ਹਿਆ ਕਿਸੇ ਵੀ ਚੀਜ਼ 'ਤੇ ਆਪਾਂ ਧੱਕਾ ਲਾਉਣੇ ਆ ਜਾਂ ਕਿਸੇ ਚੀਜ਼ ਨੂੰ ਆਪਦੇ ਲਈ ਖਿੱਚਦੇ ਆ ਤਾਂ ਉਹ ਕੀ ਆ, ਆਪਣੀ ਫੋਰਸ ਹੋ ਜਾਂਦੀ ਹੈ। ਠੀਕ ਆ, ਇਟ ਇਜ਼ ਏ ਪੁਸ਼ ਔਰ ਏ ਪੁੱਲ, ਦੋਨੇ ਚੀਜ਼ਾਂ ਹੀ ਆਪਣੀਆਂ ਫੋਰਸ ਆ। ਭਾਵੇਂ ਆਪਾਂ ਜਿਵੇਂ ਗੱਡੀ ਨੂੰ ਧੱਕਾ ਲਾਉਣੇ ਆ ਤਾਂ ਉਹ ਵੀ ਆਪਣੀ ਫੋਰਸ ਲਾ ਰਹੇ ਆ, ਆਪਾਂ ਫੋਰਸ ਅਪਲਾਈ ਕਰ ਰਹੇ ਆ, ਜਾਂ ਆਪਾਂ ਕਿਸੇ ਚੀਜ਼ ਨੂੰ ਖਿੱਚ ਰਹੇ ਆ ਆਪਦੇ ਵੱਲ ਨੂੰ ਤਾਂ ਉਹ ਵੀ ਇੱਕ ਫੋਰਸ ਆ। ਠੀਕ ਆ, ਤਾਂ ਇਹਦੀ ਡੈਫੀਨੇਸ਼ਨ ਕੀ ਹੋਊਗੀ? ਪੁਸ਼ ਔਰ ਪੁੱਲ ਔਨ ਐਨ ਆਬਜੈਕਟ ਵਿਚ ਟੈਂਡਸ ਟੂ ਚੇਂਜ ਇਟਸ ਸਟੇਟ ਆਫ ਮੋਸ਼ਨ, ਜਿਹਦੇ ਕਾਰਨ ਉਹਦੀ ਜਿਹੜੀ ਮੋਸ਼ਨ ਦੀ ਸਟੇਟ ਆ ਉਹ ਚੇਂਜ ਹੋ ਜਾਏ। ਟੈਂਡਸ ਟੂ ਚੇਂਜ ਮਤਲਬ ਫੋਰਸ ਲਾਉਣ ਦੇ ਨਾਲ ਉਹਦੀ ਜਿਹੜੀ ਸਟੇਟ ਆ ਉਹ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ। ਜ਼ਰੂਰੀ ਥੋੜ੍ਹਾ ਵੀ ਉਹ ਆਪਾਂ ਪੁਸ਼ ਜਾਂ ਪੁੱਲ ਲਾਵਾਂਗੇ ਤਾਂ ਕੋਈ ਚੀਜ਼ ਜੇ ਮੋਸ਼ਨ 'ਚ ਆ ਤਾਂ ਉਹ ਰੈਸਟ 'ਚ ਆ ਜੂਗੀ, ਜਾਂ ਰੈਸਟ 'ਚ ਆ ਤਾਂ ਮੋਸ਼ਨ 'ਚ ਆ ਜੂਗੀ, ਨਹੀਂ ਕੋਸ਼ਿਸ਼ ਕਰੂਗੀ। ਠੀਕ ਆ, ਫੋਰਸ ਨੂੰ ਆਪਾਂ ਕੋਸ਼ਿਸ਼ ਕਰ ਸਕਦੇ ਹਾਂ, ਤਾਂ ਕਰਕੇ ਆਪਾਂ ਟੈਂਡਸ ਟੂ ਲਾਇਆ ਤਾਂ ਜ਼ਰੂਰੀ ਆ। ਜਿਵੇਂ ਆਪਾਂ ਕੰਧ ਨੂੰ ਧੱਕਾ ਲਾ ਰਹੇ ਆ ਤਾਂ ਆਪਾਂ ਪੁਸ਼ ਕਰ ਰਹੇ ਆ, ਲੇਕਿਨ ਇਹਦੇ ਨਾਲ ਇਹਦੀ ਜਿਹੜੀ ਕੰਧ ਪਹਿਲਾਂ ਸਟੇਟ ਆਫ ਰੈਸਟ 'ਚ ਆ ਤਾਂ ਸਟੇਟ ਆਫ ਰੈਸਟ 'ਚ ਹੀ ਰਹੂਗੀ ਨਾ, ਕੰਧ ਨੂੰ ਕਿਵੇਂ ਹਿਲਾ ਲਾਂਗੇ? ਤਾਂ ਕੋਸ਼ਿਸ਼ ਕਰ ਸਕਦੇ ਹਾਂ ਉਹਦੀ ਸਟੇਟ ਆਫ ਮੋਸ਼ਨ ਚੇਂਜ ਕਰਨ ਦੀ, ਲੇਕਿਨ ਜ਼ਰੂਰੀ ਨਹੀਂ ਵੀ ਕਰਾਂਗੇ। ਠੀਕ ਹੈ, ਇਹ ਫੋਰਸ ਹੋ ਗਈ। ਕੀ ਇਫੈਕਟ ਪੈਂਦੇ ਆ ਫੋਰਸ ਦੇ, ਪ੍ਰਭਾਵ ਕੀ ਪੈਂਦੇ ਆ ਜਦੋਂ ਆਪਾਂ ਫੋਰਸ ਅਪਲਾਈ ਕਰਾਂਗੇ, ਪੁਸ਼ ਕਰਾਂਗੇ ਜਾਂ ਪੁੱਲ ਕਰਾਂਗੇ? ਕੋਈ ਚੀਜ਼ ਰੈਸਟ 'ਤੇ ਆ ਤਾਂ ਉਹਨੂੰ ਆਪਾਂ ਮੂਵ ਕਰਾ ਸਕਦੇ ਹਾਂ। ਠੀਕ ਆ, ਪਹਿਲਾ ਇਫੈਕਟ ਆ। ਦੂਜਾ ਹੈਗਾ ਕਿਸੇ ਵੀ ਫੋਰਸ ਲਾ ਕੇ ਕਿਸੇ ਵੀ ਚੀਜ਼ ਦੀ ਜਿਹੜੀ ਡਾਇਰੈਕਸ਼ਨ ਆ ਉਹ ਚੇਂਜ ਕਰਾ ਸਕਦੇ ਆ। ਜਿਵੇਂ ਆਹ ਪੈਨ ਇੱਧਰ ਨੂੰ ਜਾ ਰਿਹਾ, ਜੇ ਮੂਹਰੋਂ ਬੰਦਾ ਇੱਧਰੋਂ ਕੋਈ ਫੋਰਸ ਲਾ ਦੇ ਤਾਂ ਇਹ ਐਂ ਚੱਲਣਾ ਸ਼ੁਰੂ ਹੋ ਜੂ, ਤਾਂ ਆਪਾਂ ਕੀ ਕਰਤੀ? ਫੋਰਸ ਅਪਲਾਈ ਕਰਕੇ ਇਹਦੀ ਡਾਇਰੈਕਸ਼ਨ ਚੇਂਜ ਕਰਤੀ। ਤਾਂ ਹੋਰ ਕੀ ਆ? ਕੋਈ ਆਬਜੈਕਟ ਮੂਵ ਕਰੀ ਜਾਂਦਾ ਉਹਨੂੰ ਆਪਾਂ ਰੈਸਟ 'ਤੇ ਲੈ ਆਵਾਂਗੇ ਫੋਰਸ ਲਾ ਕੇ, ਤਾਂ ਇਹ ਵੀ ਫੋਰਸ ਦਾ ਇੱਕ ਇਫੈਕਟ ਆ। ਹੋਰ ਕੋਈ ਚੀਜ਼ ਦੀ ਜਿਹੜੀ ਸਪੀਡ ਆ ਉਹ ਇਨਕਰੀਜ਼ ਜਾਂ ਡਿਕਰੀਜ਼ ਕਰ ਸਕਦੇ ਹਾਂ ਆਪਾਂ ਫੋਰਸ ਅਪਲਾਈ ਕਰਕੇ। ਪਰ ਜ਼ਰੂਰੀ ਨੀਗਾ ਵੀ ਜਿਹੜੀ ਫੋਰਸ ਆ ਉਹਦੇ ਕਾਰਨ ਕੋਈ ਨਾ ਕੋਈ ਇਫੈਕਟ ਆਵੇ। ਹੋ ਸਕਦਾ ਫੋਰਸ ਲਾ ਕੇ ਤੁਹਾਡੇ ਕੋਲ ਇੱਕ ਅੱਧਾ ਇਫੈਕਟ ਹੀ ਆਵੇ, ਜਾਂ ਫਿਰ ਹੋ ਸਕਦਾ ਵੀ ਫੋਰਸ ਅਪਲਾਈ ਕਰੂੰਗੇ ਇਹਨਾਂ 'ਚ ਕੋਈ ਇਫੈਕਟ ਨਾ ਆਵੇ, ਵੀ ਨਾ ਫੋਰਸ ਦੇ ਓਬਜੈਕਟ ਰੈਸਟ 'ਚ ਆਵੇ ਜਾਂ ਨਾ ਓਬਜੈਕਟ ਦੀ ਤੁਸੀਂ ਡਾਇਰੈਕਸ਼ਨ ਚੇਂਜ ਕਰ ਸਕੋ। ਜਿਵੇਂ ਕੋਈ ਟਰੱਕ ਖੜਾ ਤਾਂ ਟਰੱਕ 'ਤੇ ਤੁਸੀਂ ਫੋਰਸ ਅਪਲਾਈ ਕਰ ਰਹੇ ਆ ਤਾਂ ਫੋਰਸ ਤਾਂ ਅਪਲਾਈ ਕਰ ਰਹੇ ਆ, ਲੇਕਿਨ ਉਹ ਤਾਂ ਪਹਿਲਾਂ ਵੀ ਰੈਸਟ 'ਤੇ ਆ ਤਾਂ ਹੁਣ ਵੀ ਰੈਸਟ 'ਤੇ ਆ। ਜਿਵੇਂ ਕੰਧ ਵਾਲੀ ਐਗਜ਼ਾਮਪਲ ਤੁਹਾਨੂੰ ਦਿੱਤੀ ਆ ਤਾਂ ਉਹ ਫੋਰਸ ਲਾਉਣ ਦਾ ਕੋਈ ਫਾਇਦਾ ਨਹੀਂ, ਤਾਂ ਲੇਕਿਨ ਫੋਰਸ ਆਪਾਂ ਅਪਲਾਈ ਕਰ ਰਹੇ ਆ ਲੇਕਿਨ ਉਹਦੇ ਨਾਲ ਕੋਈ ਇਫੈਕਟ ਨਹੀਂ ਪੈ ਰਿਹਾ। ਤਾਂ ਐਂ ਵੀ ਹੋ ਸਕਦਾ ਵੀ ਫੋਰਸ ਨਾਲ ਕੋਈ ਪ੍ਰਭਾਵ ਪਵੇ ਨਾ ਕਿਸੇ ਚੀਜ਼ 'ਤੇ, ਹੋ ਸਕਦਾ ਦੋਨੇ ਪ੍ਰਭਾਵ ਪੈ ਜਾਣ, ਵੀ ਉਹਦੀ ਸਪੀਡ ਵੀ ਇਨਕਰੀਜ਼ ਕਰ ਸਕੀਏ, ਡਿਕਰੀਜ਼ ਵੀ ਹੋ ਜੇ, ਲੇਕਿਨ ਕਈ ਵਾਰ ਹੋ ਜਾਂਦਾ। ਠੀਕ ਆ, ਹੁਣ ਕਈ ਤਰ੍ਹਾਂ ਦੀਆਂ ਫੋਰਸਿਸ ਹੁੰਦੀਆਂ, ਆਪਾਂ ਵੈਸੇ ਅੱਗੇ ਪੜ੍ਹਾਂਗੇ। ਗ੍ਰੈਵੀਟੇਸ਼ਨਲ ਫੋਰਸ ਦੋ ਤਰ੍ਹਾਂ ਦੀਆਂ ਫੋਰਸ ਹੁੰਦੀਆਂ, ਕੰਟੈਕਟ ਫੋਰਸਿਸ ਹੁੰਦੀਆਂ, ਇੱਕ ਨਾਨ ਕੰਟੈਕਟ ਫੋਰਸਿਸ ਹੁੰਦੀਆਂ। ਕੰਟੈਕਟ ਫੋਰਸਿਸ ਹੁੰਦੀਆਂ ਜਿਹਦੇ 'ਚ ਦੋ ਚੀਜ਼ਾਂ ਦਾ ਕੰਟੈਕਟ ਹੋਵੇ, ਦੋ ਚੀਜ਼ਾਂ ਇੱਕ ਦੂਜੇ ਨਾਲ ਟੱਚ ਕਰਨ, ਉਹ ਕੰਟੈਕਟ ਆ। ਨਾਨ ਕੰਟੈਕਟ ਫੋਰਸਿਸ ਕਿਹੜੀਆਂ? ਜਿਹਦੇ 'ਚ ਦੋ ਚੀਜ਼ਾਂ ਦਾ ਕੰਟੈਕਟ ਨਾ ਹੋਵੇ। ਤਾਂ ਗ੍ਰੈਵੀਟੇਸ਼ਨਲ ਫੋਰਸ ਦੇਖੋ ਕਿਹੜੀ ਫੋਰਸ ਹੈ, ਇੱਕ ਕੰਟੈਕਟ ਆ ਕਿ ਨਾਨ ਕੰਟੈਕਟ ਆ। ਜਿਵੇਂ ਆ ਪੈਨ ਆ ਤਾਂ ਪੈਨ 'ਤੇ ਕਿਹੜੀ ਫੋਰਸ ਪਾ ਰਹੀ ਆ? ਜੇ ਮੈਂ ਇਹਨੂੰ ਛੱਡ ਦੂੰਗਾ ਤਾਂ ਗ੍ਰੈਵਿਟੀ ਇਹਨੂੰ ਆਪਦੇ ਵੱਲ ਖਿੱਚ ਲੂਗੀ, ਮਤਲਬ ਕਿਹੜੀ ਫੋਰਸ ਪੈ ਰਹੀ ਹੈ? ਤੇ ਗ੍ਰੈਵੀਟੇਸ਼ਨਲ ਫੋਰਸ ਪੈ ਰਹੀ ਆ, ਇਹਨੂੰ ਥੱਲੇ ਨੂੰ ਖਿੱਚ ਲੂਗੀ ਇਹ। ਲੇਕਿਨ ਹੁਣ ਇਹ ਕੰਟੈਕਟ ਫੋਰਸ ਸੀ ਕਿ ਨਾਨ ਕੰਟੈਕਟ ਆ ਗ੍ਰੈਵੀਟੇਸ਼ਨਲ ਫੋਰਸ? ਹੁਣ ਧਰਤੀ ਆਪਣੀ ਖੁਦ ਚੱਲ ਕੇ ਆਈ ਇਹਨੂੰ ਖਿੱਚਣ ਆਪਦੇ ਨਾਲ, ਧਰਤੀ ਨੇ ਇਹਨੂੰ ਟੱਚ ਕੀਤਾ, ਆਪਣੇ ਪੈਨ ਨੂੰ ਵੀ ਟੱਚ ਕਰਕੇ ਫਿਰ ਇਹਨੂੰ ਕੰਟੈਕਟ ਕੀਤਾ? ਨਹੀਂ ਨਾ, ਧਰਤੀ ਤਾਂ ਆਪਦੀ ਜਗ੍ਹਾ ਸੀਗੀ, ਤਾਂ ਧਰਤੀ ਨੇ ਬਸ ਉੱਥੋਂ ਫੋਰਸ ਪਾਈ, ਫੋਰਸ ਨੇ ਇਹਨੂੰ ਖਿੱਚ ਲਿਆ, ਤਾਂ ਧਰਤੀ ਕੰਟੈਕਟ ਨਹੀਂ ਹੋਇਆ ਧਰਤੀ ਦਾ ਇਹਦੇ ਨਾਲ। ਠੀਕ ਆ, ਤਾਂ ਇਹ ਕਿਹੜੀ ਫੋਰਸ ਸੀਗੀ ਤੁਹਾਡੀ? ਇੱਕ ਨਾਨ ਕੰਟੈਕਟ ਫੋਰਸ। ਠੀਕ ਆ, ਇਸੇ ਤਰ੍ਹਾਂ ਫ੍ਰਿਕਸ਼ਨਲ ਫੋਰਸ ਕਿਹੜੀ ਹੋਈ? ਫਿਰ ਫੋਰਸ ਤੁਸੀਂ ਪੜ੍ਹਿਆ 9th ਕਲਾਸ ਦੇ ਵਿੱਚ, ਫ੍ਰਿਕਸ਼ਨਲ ਫੋਰਸ ਹੁੰਦੀ ਆ ਵੀ ਜੋ ਆਪਣੀਆਂ ਗੱਡੀਆਂ ਜਾ ਰਹੀਆਂ ਸੜਕ 'ਤੇ ਜਾ ਰਹੀਆਂ ਅਤੇ ਉਹਨਾਂ ਦੇ ਜਿਹੜੇ ਟਾਇਰ 'ਤੇ ਜਿਹੜਾ ਸੜਕ ਆ ਉਹਨਾਂ ਦੇ ਵਿਚਾਲੇ ਜਿਹੜਾ ਰਗੜ ਬਲ ਆ ਉਹਨੂੰ ਬੋਲਿਆ ਜਾਂਦਾ ਫ੍ਰਿਕਸ਼ਨਲ ਫੋਰਸ, ਰਗੜ ਬਲ ਹੀ ਆ। ਉਹ ਫੋਰਸ ਕਿੱਧਰ ਨੂੰ ਆ? ਜੇ ਆਪਣੀ ਗੱਡੀ ਉੱਧਰ ਨੂੰ ਮੂਵ ਕਰ ਰਹੀ ਆ ਇਸ ਡਾਇਰੈਕਸ਼ਨ 'ਚ ਪਰਾਂ ਨੂੰ, ਤਾਂ ਫ੍ਰਿਕਸ਼ਨਲ ਫੋਰਸ ਹਮੇਸ਼ਾ ਹੀ ਉਹਦੇ ਉਲਟ ਹੋਊਗੀ। ਠੀਕ ਆ, ਬ੍ਰੇਕ ਲਾਉਣ ਦੀ ਕੋਸ਼ਿਸ਼ ਕਰੂਗੀ। ਤਾਂ ਕਿਹੜੀ ਫੋਰਸ ਆ ਉਹ? ਕੰਟੈਕਟ ਆ ਕਿ ਨਾਨ ਕੰਟੈਕਟ? ਹਾਂ, ਉਹ ਕੰਟੈਕਟ ਫੋਰਸ ਆ। ਕਿਉਂਕਿ ਦੋਨੇ ਚੀਜ਼ਾਂ ਆਪਣੀ ਸੜਕ ਦਾ ਅਤੇ ਟਾਇਰਾਂ ਦਾ ਕੰਟੈਕਟ ਹੁੰਦਾ, ਕੰਟੈਕਟ ਹੋਣ ਤੋਂ ਬਾਵਜੂਦ ਕੀ ਆ ਉਹ ਫ੍ਰਿਕਸ਼ਨ ਲੱਗ ਹੀ ਨਹੀਂ ਸਕਦੀ, ਤਾਂ ਫ੍ਰਿਕਸ਼ਨਲ ਇੱਕ ਕੰਟੈਕਟ ਫੋਰਸ ਆ।
ਤਾਂ ਇੱਕ ਕੁਐਸਚਨ ਆ ਬੱਚਿਓ ਵੀ ਜੇ ਆਪਾਂ ਸਪੋਜ਼ ਕਰੋ ਕੋਈ ਰਿਜਿਡ ਬੋਡੀ ਆ ਆਪਣੇ ਕੋਲੇ। ਰਿਜਿਡ ਬੋਡੀ ਮਤਲਬ ਜਿਹੜੀ ਪੂਰੀ ਠੋਸ ਬੋਡੀ ਹੋਵੇ। ਠੋਸ ਬੋਡੀ ਜਿਵੇਂ ਆਪਾਂ ਪੱਥਰ ਦੀ ਐਗਜ਼ਾਮਪਲ ਲੈ ਲਈਏ, ਇੱਕ ਪੱਥਰ, ਤਾਂ ਆਪਾਂ ਜੇ ਉਹ 'ਤੇ ਫੋਰਸ ਅਪਲਾਈ ਕਰਦੇ ਆ ਤਾਂ ਫੋਰਸ ਕਿਸੇ ਵੀ ਚੀਜ਼ 'ਤੇ ਕੋਈ ਵੀ ਰਿਜਿਡ ਬੋਡੀ ਲੈ ਲਓ, ਤਾਂ ਰਿਜਿਡ ਬੋਡੀ 'ਤੇ ਜੇ ਆਪਾਂ ਫੋਰਸ ਅਪਲਾਈ ਕਰਦੇ ਆ ਤਾਂ ਕੀ ਉਸ ਰਿਜਿਡ ਬੋਡੀ ਦਾ ਫੋਰਸ ਅਪਲਾਈ ਕਰਨ ਦੇ ਨਾਲ ਸ਼ੇਪ ਚੇਂਜ ਹੋ ਸਕਦੀ ਆ? ਮਤਲਬ ਸ਼ੇਪ ਜਾਂ ਸਾਈਜ਼ ਚੇਂਜ ਹੋ ਸਕਦਾ ਉਹਦਾ ਰਿਜਿਡ ਬੋਡੀ ਦਾ? ਯੈਸ ਔਰ ਨੋ 'ਚ ਆਨਸਰ ਆ ਆਪਣੇ ਕੋਲੇ। ਤਾਂ ਕੋਈ ਵੀ ਰਿਜਿਡ ਬੋਡੀ ਆ, ਜਿਹੜੀ ਠੋਸ ਬੋਡੀ ਆ, ਜਿਹੜੀ ਪੂਰੀ ਮਜ਼ਬੂਤ ਬੋਡੀ ਆ, ਉਹਦਾ ਸ਼ੇਪ ਚੇਂਜ ਨਹੀਂ ਕਰ ਸਕਦੇ ਆਪਾਂ। ਪੱਥਰ 'ਤੇ ਤੁਸੀਂ ਚਾਰੇ ਪਾਸਿਓਂ ਜ਼ੋਰ ਲਾਈ ਚੱਲੋ ਤਾਂ ਪੱਥਰ ਦਾ ਤੁਸੀਂ ਪੱਥਰ ਦਾ ਸਾਈਜ਼ ਥੋੜ੍ਹਾ ਛੋਟਾ ਕਰ ਦਿਓਗੇ, ਉਹਦੀ ਸ਼ੇਪ ਥੋੜ੍ਹਾ ਟੇਢੀ ਮੇਢੀ ਕਰ ਦਿਓਗੇ, ਨਹੀਂ। ਤਾਂ ਉਹ ਰਿਜਿਡ ਬੋਡੀ ਆ। ਰਿਜਿਡ ਬੋਡੀ 'ਤੇ ਤੁਸੀਂ ਫੋਰਸ ਲਾਓਗੇ ਤਾਂ ਉਹਦੀ ਸ਼ੇਪ ਚੇਂਜ ਤੁਸੀਂ ਨਹੀਂ ਕਰ ਸਕਦੇ। ਹੋ ਸਕਦਾ ਰਿਜਿਡ ਬੋਡੀ ਤੋਂ, ਜਿਵੇਂ ਆਪਣਾ ਕੋਈ ਸਪਰਿੰਗ ਆ, ਸਪੋਜ਼ ਕਰੋ ਸਪਰਿੰਗ ਇੱਕ ਰਿਜਿਡ ਬੋਡੀ ਨਹੀਂ, ਤਾਂ ਸਪਰਿੰਗ ਨੂੰ ਆਏ ਨੱਪੋਗੇ, ਨੱਪ ਕੇ ਉਹਦੀ ਸਾਈਜ਼ ਆ ਛੋਟਾ ਰਹਿ ਜਾਊਗਾ, ਤਾਂ ਉਹਦੀ ਸ਼ੇਪ ਚੇਂਜ ਹੋ ਜਾਊਗੀ, ਉਹਦਾ ਸਾਈਜ਼ ਚੇਂਜ ਹੋ ਜਾਊਗਾ। ਤਾਂ ਉਹ ਹੋ ਸਕਦਾ ਕਿਉਂਕਿ ਉਹ ਰਿਜਿਡ ਬੋਡੀ ਨਹੀਂ। ਤਾਂ ਜਿਹੜੀਆਂ ਰਿਜਿਡ ਬੋਡੀਆਂ ਉਹਦੀ ਤੁਸੀਂ ਫੋਰਸ ਅਪਲਾਈ ਕਰਕੇ ਸ਼ੇਪ ਚੇਂਜ ਨਹੀਂ ਕਰ ਸਕਦੇ, ਤਾਂ ਯਾਦ ਰੱਖਣਾ। ਅੱਗੇ ਤੁਸੀਂ ਕੁਛ ਫੋਰਸਿਸ ਬਾਰੇ ਪੜ੍ਹਨਾ, ਜਿਵੇਂ ਕੰਟੈਕਟ ਫੋਰਸਿਸ ਕਿਹੜੀਆਂ ਕਿਹੜੀਆਂ ਹੁੰਦੀਆਂ, ਨੋਨ ਕੰਟੈਕਟ ਫੋਰਸਿਸ ਕਿਹੜੀਆਂ ਕਿਹੜੀਆਂ ਹੁੰਦੀਆਂ, ਠੀਕ ਆ। ਇਹਦੇ ਬਾਰੇ ਤੁਸੀਂ ਸਰਚ ਮਾਰਿਓ ਨੈੱਟ ਤੋਂ। ਤਾਂ ਜਿਵੇਂ ਕਿ ਆਪਣੀ ਕੁਛ ਫੋਰਸਿਸ ਹੁੰਦੀਆਂ, ਜਿਵੇਂ ਗ੍ਰੈਵੀਟੇਸ਼ਨਲ ਫੋਰਸ ਬਾਰੇ ਤਾਂ ਪੜ੍ਹ ਹੀ ਲਿਆ ਆਪਾਂ। ਐਗਜ਼ਾਮਪਲ ਹੈਗੀ ਆਪਣੀ ਇੱਕ ਹੋਰ, ਗ੍ਰੈਵੀਟੇਸ਼ਨਲ ਹੋ ਗਈ। ਇਲੈਕਟ੍ਰੋਸਟੈਟਿਕ ਫੋਰਸ, ਇਲੈਕਟ੍ਰੋਸਟੈਟਿਕ ਫੋਰਸ ਜਿਹੜੀ ਦੋ ਚਾਰਜਾਂ ਦੇ ਵਿਚਾਲੇ ਹੁੰਦੀ ਹੈ, ਇੱਕ ਪੋਜ਼ੀਟਿਵ ਚਾਰਜ ਅਤੇ ਨੈਗੇਟਿਵ ਚਾਰਜ ਵਿਚਾਲੇ ਫੋਰਸ, ਉਹ ਕਿਹੜੀ ਫੋਰਸ ਆ? ਕੰਟੈਕਟ ਆ ਕਿ ਨੋਨ ਕੰਟੈਕਟ ਆ? ਇਸੇ ਤਰ੍ਹਾਂ ਚਾਰ ਐਗਜ਼ਾਮਪਲਾਂ ਤੁਸੀਂ ਦੇਣੀਆਂ। ਕੰਟੈਕਟ ਫੋਰਸਿਸ ਦੇ ਵਿੱਚ ਵੀ ਚਾਰ ਕਿਹੜੀਆਂ ਹੁੰਦੀਆਂ, ਨੋਨ ਕੰਟੈਕਟ ਦੇ ਵਿੱਚ ਵੀ ਕਿਹੜੀਆਂ ਚਾਰ ਫੋਰਸਿਸ ਆ, ਠੀਕ ਆ। ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਨੈਕਸਟ ਕਰਾਂਗੇ, ਠੀਕ ਆ। ਤਾਂ ਇੰਟਰੋਡਕਸ਼ਨ ਸੀ।